नवैं द्वार को साध, बहती मनसा राखो बांध। लोभ मोह सब बिसर जाओ, जुग जुग जीवो अमर फल खाओ। दसवीं द्वादश होए आनंद, छूटे भरम मिले गोबिंद। जो स्वरूपी तत्व अनूप, अमल न मल न छा नहीं धूप। एकादशी एक दिस तावे, तो जोनी संकट बहुर न आवे। शीतल निर्मल पया शरीरा, दूर बतावत पाया नीरा। बारस बारह उगवे सूर, ऐनस बाजे अनहद तूर। देखया तिहूं लोक का पियो, अचरज भया जीव ते सियो। तेरस तेरा अगम बखान, अर्ध उर्ध बिच सम पहचान। नीच ऊच नहीं मान अमान, व्यापक राम सगल सामान। 14 लोक मुझार, रोम रोम में बसे मुरार। सत संतोख का तरो ध्यान, कथनी कथिय ब्रह्म ज्ञान। पुण्यो पूरा चंद आकाश, बसरे कला सहज प्रघास। आद अंत मद होए रहा थीर, सुख सागर में रमे कबीर। वाहिगुरु जी का खालसा, वाहिगुरु जी की फतेह। तो भगत कबीर जी की उच्चारण की हुई ये बाणी, जिसका सिरलेख 15 थिती है। इसे लड़ी विच भगत जी कहते ने नौवीं थित तो सिक्ख्या मिलती है। नवें द्वार को साध, हे भाई सारे शरीरक इंद्रियां नूं काबू विच रखो। 9 गोलकां 9 दरवाजे, इन्हां दा जिक्र कई बार आपां बाणी विच पढ़दे हां। 2 अखां दीयां मोरीआं, 2 ਕੰਨ ਦੀਆਂ ਮੋਰੀਆਂ, 2 ਨੱਕ ਦੀਆਂ ਮੋਰੀਆਂ, 1 ਮੂੰਹ ਦੀ ਮੋਰੀ, 1 ਲਿੰਗ ਅਤੇ 1 ਗੁਦਾ। ਇਹਨਾਂ ਨੂੰ ਸਾਧਨ ਤੋਂ ਭਾਵੇਂ ਵਸੀਕਰਨ ਕਰੋ। ਨੌਵੀਂ ਨਵੇਂ द्वार को साध, ਬੈਤੀ ਮਨਤਾ ਰਾਖੋ ਬਾਂਧ। ਬੈਤੀ ਦਾ ਮਤਲਬ ਹੈ ਜਿਹੜੀ ਹਰ ਵੇਲੇ ਚਲਦੀ ਰਹਿੰਦੀ। ਮਨਸਾ ਦਾ ਮਤਲਬ ਮਨ ਦੇ ਫੁਰ ਨੇ, ਕਿਉਂਕਿ ਪਹਿਲਾਂ ਆਸਾ ਪੈਦਾ ਹੁੰਦੀ ਫਿਰ ਮਨਸਾ ਬਣਦੀ। ਕਹਿੰਦੇ ਇਹਨੂੰ ਬਾਂਧ ਕਾਬੂ ਵਿੱਚ ਰੱਖਣਾ ਕਰੋ, ਇਹਨਾਂ ਤੇ ਕੰਟਰੋਲ ਕਰੋ। ਲੋਭ ਮੋਹ ਸਭ ਬਿਸਰ ਜਾਓ। ਲੋਭ ਅਤੇ ਮੋਹ ਅਸੀਂ ਇਹਨਾਂ ਨੂੰ ਭਲੀ ਭਾਂਤ ਜਾਣਦੇ ਹਾਂ। ਲੋਭ ਦੇ ਅਧੀਨ ਹੋ ਕੇ ਬੰਦੇ ਭਟਕਦੇ ਹਨ, ਔਰ ਮੋਹ ਦੇ ਅਧੀਨ ਹੋ ਕੇ ਦੁਖੀ ਹੁੰਦੇ ਹਨ। ਇਹਨਾਂ ਨੂੰ ਆਪਣੇ ਮਨੋਂ ਭੁਲਾਉਣਾ ਕਰੋ, ਘਟਾਉਣਾ ਕਰੋ। ਜੁਗ ਜੁਗ ਜੀਵੋ ਅਮਰ ਫਲ ਖਾਓ। ਭਗਤ ਜੀ ਕਹਿੰਦੇ ਨੇ ਫਿਰ ਤੁਸੀਂ ਜੁਗੋ ਜੁਗ ਜੀਓਗੇ। ਭਾਵ ਐਸੀ ਅਮਰ ਅਵਸਥਾ ਸਦਾ ਹੀ ਤੁਹਾਨੂੰ ਪ੍ਰਾਪਤ ਹੋਵੇਗੀ, ਜਿਸ ਦਾ ਆਨੰਦ ਕਦੇ ਮੁੱਕਣ ਵਾਲਾ ਨਹੀਂ। ਨੌਵੀਂ ਨਵੇਂ द्वार को साध, ਬੈਤੀ ਮਨਤਾ ਰਾਖੋ ਬਾਂਧ। ਲੋਭ ਮੋਹ ਸਭ ਬਿਸਰ ਜਾਓ, जुग जुग जीवो अमर फल खाओ। 10वीं द्वादश होए आनंद, छूटे भरम मिले गोबिंद। 10वीं अखर द्वारा तथा 10वीं थित द्वारा भगत जी सिक्ख्या दिंदे ਹਨ। ਜੇ ਤੁਸੀਂ ਉਸ ਪਰਮਾਤਮਾ ਦਾ ਸਿਮਰਨ ਕਰੋਗੇ
ਜੇ ਤੁਸੀਂ ਆਪਣੇ ਫੁਰਨਿਆਂ ਨੂੰ ਕਾਬੂ ਕਰ ਲਓਗੇ, ਜੇ ਤੁਸੀਂ ਨਵੇਂ ਦੁਆਰਾਂ ਨੂੰ ਕੰਟਰੋਲ ਕਰ ਲਓਗੇ ਔਰ ਲੋਭ ਮੋਹ ਆਦਿਕ ਨੂੰ ਭੁੱਲ ਜਾਓਗੇ, ਫਿਰ ਦਸਵੀਂ ਦਾਦਿਸ ਹੋਏ ਆਨੰਦ। ਹਰ ਪਾਸੇ ਆਨੰਦ ਹੀ ਆਨੰਦ ਹੋ ਜਾਏ। ਔਰ ਛੂਟੈ ਭਰਮ ਮਿਲੇ ਗੋਬਿੰਦ। ਇਹ ਜਿਹੜੇ ਭਰਮ ਚੰਬੜੇ ਹੋਏ ਨੇ ਤਥਾ ਜਿਹੜੀ ਅਗਿਆਨਤਾ ਹੈ ਇਹ ਮੁੱਕ ਜਾਏ, ਤੇ ਉਹ ਗੋਬਿੰਦ ਪਰਮਾਤਮਾ ਜੋ ਹੈ ਉਹਦੇ ਨਾਲ ਤੁਹਾਡੀ ਇੱਕ ਮਿਕਤਾ ਹੋ ਜਾਏ। ਜੋਤ ਸਰੂਪੀ ਤਤ ਅਨੂਪ। ਉਹ ਪਰਮਾਤਮਾ ਜੋ ਜੋਤੀ ਸਰੂਪ ਹੈ, ਜੋ ਨਿਰਾ ਨੂਰ ਹੀ ਨੂਰ ਹੈ, ਜੋ ਤਤ ਸਾਡਾ ਮੁੱਢ ਹੈ, ਅਸਲੀਅਤ ਹੈ, ਔਰ ਅਨੂਪ ਜਿਹਦੇ ਵਰਗਾ ਹੋਰ ਕੋਈ ਦੂਜਾ ਨਹੀਂ। ਅਮਲ ਨਾ ਮਲ ਨਾ ਛਾ ਨਹੀਂ ਧੂਪ। ਉਹ ਮੈਲ ਤੋਂ ਰਹਿਤ ਹੈ, ਉਹਦੇ ਵਿੱਚ ਕਿਸੇ ਤਰ੍ਹਾਂ ਦੀ ਵਿਕਾਰਾਂ ਦੀ ਮੈਲ ਨਹੀਂ, ਨਾ ਉੱਥੇ ਕੋਈ ਅਗਿਆਨਤਾ ਦਾ ਹਨੇਰਾ ਤੇ ਨਾ ਕੋਈ ਤ੍ਰਿਸ਼ਨਾ ਹੈ। ਭਾਵ ਮਾਇਆ ਦੀ ਤ੍ਰਿਸ਼ਨਾ ਦੀ ਅੱਗ ਵੀ ਖਤਮ ਹੋ ਜਾਂਦੀ, ਤਥਾ ਵਿਕਾਰਾਂ ਦੀ ਅੱਗ ਤੋਂ ਸੜਨੋਂ ਬਚ ਜਾਈਦਾ। ਹੁਣ ਇਹਨਾਂ ਦੋ ਥਿੱਤਾਂ ਦੁਆਰਾ ਭਗਤ ਜੀ ਨੇ ਉਸ ਪ੍ਰੈਕਟੀਕਲ ਜੀਵਨ ਦੀ ਗੱਲ ਕੀਤੀ ਹੈ ਕਿ ਜਿਹੜਾ ਵੀ ਭਾਗਸ਼ਾਲੀ ਮਨੁੱਖ ਇਹਨਾਂ 9 ਗੋਲਕਾਂ ਨੂੰ ਕਾਬੂ ਕਰ ਲਏਗਾ, ਆਪਣੇ ਮਨ ਦੇ ਅੰਦਰ ਉੱਠਦੇ ਫੁਰਨਿਆਂ ਨੂੰ ਕੰਟਰੋਲ ਕਰ ਲਏਗਾ, ਉਸ ਪਰਮਾਤਮਾ ਦੀ ਰਜ਼ਾ ਵਿੱਚ ਰਾਜ਼ੀ ਹੋ ਜਾਏਗਾ। ਜਿਵੇਂ ਭਗਤ ਜੀ ਕਹਿੰਦੇ ਹਨ ਕਿ ਇਸ ਅਵਸਥਾ ਵਿੱਚ ਪਹੁੰਚ ਕੇ ਫੇਰ ਮਨੁੱਖ ਨੂੰ ਆਨੰਦ ਹੀ ਆਨੰਦ ਹੋ ਜਾਂਦਾ। ਦਸਵੀਂ ਦਾਦਿਸ ਹੋਏ ਆਨੰਦ, ਛੂਟੈ ਭਰਮ ਮਿਲੈ ਗੋਬਿੰਦ। ਜੋ ਸਰੂਪੀ ਤਤ ਅਨੂਪ, ਅਮਲ ਨਾ ਮਲ ਨਾ ਛਾ ਨਹੀਂ ਧੂਪ। ਉਹ ਪਰਮਾਤਮਾ ਜੋ ਵਿਕਾਰਾਂ ਦੀ ਮਹਿਲ ਤੋਂ ਰਹਿਤ, ਜਿੱਥੇ ਕੋਈ ਅਗਿਆਨਤਾ ਦਾ ਅੰਧੇਰਾ ਨਹੀਂ ਹੈਗਾ, ਨਾ ਤ੍ਰਿਸ਼ਨਾ ਦੀ ਅੱਗ, ਨਾ ਵਿਕਾਰਾਂ ਦੀ ਧੂਪ ਸੇਕ ਲੱਗ। ਏਕਾਦਸ਼ੀ ਏਕ ਦਿਸ ਧਾਵੈ। ਹੁਣ ਦਸਵੀਂ ਤੋਂ ਬਾਅਦ ਆਉਂਦੀ ਹੈ ਇਕਾਦਸ਼ੀ। 10 ਵਿੱਚ ਇੱਕ ਜਮਾ ਕਰ ਦਿਓ ਤੇ ਇਕਾਦਸ਼ੀ ਫਿਰ ਸ਼ੁਰੂ ਹੋ ਜਾਂਦੀ। ਭਗਤ ਜੀ ਕਹਿੰਦੇ ਨੇ ਇਸ ਇਕਾਦਸ਼ੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਇੱਕ ਪਰਮਾਤਮਾ ਵਾਲੇ ਪਾਸੇ ਚਲੋ। ਐਵੇਂ ਕਰਮ ਕਾਂਡਾਂ ਵਿੱਚ ਫਸ ਕੇ ਅੱਜ ਉਹ ਕਰਨਾ, ਅੱਜ ਉਹ ਨਹੀਂ ਕਰਨਾ, ਅੱਜ ਉਧਰ ਜਾਣਾ, ਉਧਰ ਨਹੀਂ ਜਾਣਾ। ਏਕਾਦਸ਼ੀ ਏਕ ਦਿਸ਼ ਧਾਵੈ, ਤੋ ਜੋਨੀ ਸੰਕਟ ਬਹੁਰ ਨਾ ਆਵੇ। ਬਸ ਜਿਹੜਾ ਬੰਦਾ ਉਸ ਇੱਕ ਪਰਮਾਤਮਾ ਵਾਲੇ ਪਾਸੇ ਤੁਰ ਪਏਗਾ, ਤੋ ਤਦੋਂ ਜੋਨੀਆਂ ਵਿੱਚ ਜੰਮਣ ਮਰਨ ਦੇ ਸੰਕਟ ਦੁੱਖ ਵਿੱਚ ਨਹੀਂ ਪਏਗਾ। ਸੀਤਲ ਨਿਰਮਲ ਪਿਆ ਸਰੀਰਾ। ਇਹ ਸਰੀਰ ਫਿਰ ਸੀਤਲ ਠੰਡਾ ਠਾਰ ਹੋ ਜਾਏਗਾ, ਨਿਰਮਲ ਵਿਕਾਰਾਂ ਤੋਂ ਰਹਿਤ ਹੋ ਜਾਏਗਾ। ਸੀਤਲ ਨਿਰਮਲ ਭਇਆ ਸਰੀਰਾ, ਦੂਰ ਬਤਾਵਦ ਪਾਇਆ ਨੀਰਾ। ਉਹ ਪਰਮਾਤਮਾ ਜਿਸ ਨੂੰ ਲੋਕ ਦੂਰ ਕਹਿੰਦੇ ਸਨ, ਉਹ ਫਿਰ ਨੀਰਾ ਆਪਣੇ ਨੇੜੇ, ਆਪਣੇ ਅੰਦਰ ਹੀ ਪ੍ਰਗਟ ਹੋ ਜਾਏ। ਤੇ ਉਹਦੇ ਪ੍ਰਗਟ ਹੋਣ ਦਾ ਪ੍ਰਭਾਵ ਕਬੀਰ ਜੀ ਦੱਸਦੇ ਨੇ। ਬਾਰਸ 12 ਉਗਵੈ ਸੂਰ। 12ਵੀਂ ਥਿੱਤ ਵਿੱਚ ਕਹਿੰਦੇ ਨੇ ਜਿਸ ਤਰ੍ਹਾਂ ਇੱਕ ਸੂਰਜ ਚੜ੍ਹਦਾ ਕਿਤਨਾ ਚਾਨਣ ਹੈ। ਜਿਸ ਮਨੁੱਖ ਦੇ ਅੰਦਰ ਪਰਮਾਤਮਾ ਦੀ ਜੋਤ ਦਾ ਪ੍ਰਕਾਸ਼ ਹੋ ਜਾਏਗਾ, ਮਾਨੋ 12 ਸੂਰਜ ਚੜ੍ਹ ਜਾਣਗੇ। ਭਾਵ ਇਤਨਾ ਪ੍ਰਕਾਸ਼ ਹੋ ਜਾਏਗਾ। ਤੇ ਐਨਸ ਬਾਜੇ ਅਨਹਦ ਤੂਰ। ਦਿਨੇ ਰਾਤੀ ਉਸ ਦੇ ਅੰਦਰ ਇੱਕ ਰਸ ਉਹ ਬਾਜਾ ਪਿਆਰ ਦਾ ਵੱਜੇਗਾ ਜਿਹੜਾ ਅਨਹਦ ਹੈ, ਜਿਹਦੀ ਕੋਈ ਸੀਮਾ ਨਹੀਂ। ਇੱਕ ਰਸ ਬਾਜਾ ਵੱਜੇ। ਦੇਖਿਆ ਤਿਹੂੰ ਲੋਕ ਕਾ ਪੀਓ। ਉਹ ਪਰਮਾਤਮਾ ਜੋ ਤਿੰਨਾਂ ਲੋਕਾਂ ਦਾ ਮਾਲਕ ਹੈ, ਉਸ ਪਰਮਾਤਮਾ ਨੂੰ ਦੇਖ ਕੇ, ਦਰਸ਼ਨ ਕਰਕੇ ਅਚਰਜ ਭਇਆ ਜੀਵ ਤੇ ਸੀਓ। ਇਹ ਬੜੇ ਅਚੰਭੇ ਦੀ ਬਾਤ ਹੈ ਕਿ ਫਿਰ ਇਹ ਜੀਵ ਦੀ ਹਾਲਤ ਅਵਸਥਾ ਨੂੰ ਛੱਡ ਕੇ ਸੀਓ ਉਸ ਪਰਮਾਤਮਾ ਦਾ ਰੂਪ ਹੋ ਜਾਏਗਾ।
ਭਾਵ ਪਰਮਾਤਮਾ ਵੀ ਤੇ ਇਸ ਵਿੱਚ ਕੋਈ ਦੂਰੀ, ਕੋਈ ਅੰਤਰ, ਕੋਈ ਫਰਕ ਨਹੀਂ ਰਹੇ। ਤੇਰਸ ਤੇਰਾ ਅਗਮ ਬਖਾਣ। ਹੁਣ 13ਵੀਂ ਤਦੌਸੀ ਤਿੱਤ ਵਿੱਚ ਕਹਿੰਦੇ ਨੇ, 10 ਵਿੱਚ 3 ਜਮਾ ਕਰੋ ਤੇ ਉਹਨੂੰ ਤਰੌਦਸੀ ਕਹਿੰਦੇ। ਮੱਸਿਆ ਤੋਂ ਅਗਾਂ 13ਵਾਂ ਦਿਨ ਜਿਹੜਾ ਉਹਨੂੰ ਤਰੌਦਸੀ ਕਿਹਾ ਜਾਂਦਾ। ਤੇਰਸ ਤੇਰਾ ਅਗਮ ਬਖਾਣ, ਉਹ ਪਰਮਾਤਮਾ ਜੋ ਅਗਮ ਗਮਤਾ ਤੋਂ ਰਹਿਤਾ ਹੈ। ਬਖਾਣ ਦਾ ਭਾਵ ਹੈ ਉਸ ਦੀ ਸਿਫਤ ਸਲਾਹ ਕਰੋ, ਉਹਦੇ ਗੁਣ ਗਾਇਨ ਕਰੋ। ਜਿਹੜੇ ਗੁਣ ਗਾਇਨ ਕਰਦੇ ਹਨ ਉਹ ਫਿਰ ਹੌਲੀ ਹੌਲੀ ਉਸ ਗੁਣਾਂ ਦੇ ਖਜ਼ਾਨੇ ਦੇ ਨੇੜੇ ਹੋ ਜਾਂਦੇ ਨੇ। ਤੇ ਕਿਵੇਂ ਨੇੜੇ ਹੁੰਦੇ ਨੇ? ਅਰਧ ਉਰਧ ਵਿੱਚ ਸਮ ਪਹਿਚਾਣ। ਅਰਧ ਥੱਲੇ ਪਤਾਲ ਲੋਕ ਵਿੱਚ ਤੇ ਉਰਧ ਆਕਾਸ਼ ਲੋਕ ਵਿੱਚ, ਇਹਦੇ ਵਿਚਕਾਰ ਸਮ ਪਹਿਚਾਣ। ਉਸ ਪਰਮਾਤਮਾ ਨੂੰ ਇੱਕ ਰਸ ਦੇਖਣਾ ਕਰੋ। ਫਿਰ ਨੀਚ ਊਚ ਨਹੀਂ ਮਾਨ ਅਮਾਨ। ਤੇ ਜਿਹੜਾ ਹਰ ਜਗ੍ਹਾ ਪਰਮਾਤਮਾ ਨੂੰ ਦੇਖਦਾ ਹੈ ਉਹਦੇ ਲਈ ਨਾ ਕੋਈ ਨੀਵਾਂ ਤੇ ਨਾ ਕੋਈ ਉੱਚਾ। ਜੇ ਉਹਦਾ ਕੋਈ ਮਾਨ ਕਰੇ ਜਾਂ ਅਮਾਨ ਕਰੇ, ਅਪਮਾਨ ਕਰੇ, ਉਹਨੂੰ ਕੋਈ ਫਰਕ ਨਹੀਂ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਸ ਅਵਸਥਾ ਦਾ ਜ਼ਿਕਰ ਆਪਣੀ ਪਾਵਨ ਬਾਣੀ ਵਿੱਚ ਕੀਤਾ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਨਾ ਨਿੰਦਿਆ ਨਾ ਉਸਤਤ ਜਾਕੈ, ਲੋਭ ਮੋਹ ਅਭਮਾਨਾ। ਹਰਕ ਸੋਗ ਤੇ ਰਹਿ ਨਿਆਰੂ, ਨਾਹੇ ਮਾਨ ਅਪਮਾਨਾ। ਆਸਾ ਮਨਤਾ ਸਗਲ ਤਿਆਗੈ, ਜਗ ਤੇ ਰਹਿ ਨਿਰਾਸਾ। ਕਾਮ ਕ੍ਰੋਧ ਜੇ ਪਰਸੈ ਨਾਮ, ਤੇ ਘਟ ਬ੍ਰਹਮ ਨਿਵਾਸਾ। ਗੁਰ ਕਿਰਪਾ ਜੇ ਨਰ ਕੋ ਕੀਨੀ, ਤੇ ਇਹ ਜੁਗਤ ਪਛਾਨੀ। ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਣੀ ਤੰਗ ਪਾਣੀ। ਤੇਰਸ ਤੇਰਾ ਅਗਮ ਬਖਾਣ। ਤਰੌਦਸੀ ਤਿਥ ਦੁਆਰਾ ਸਿੱਖਿਆ ਦਿੰਦੇ ਨੇ ਭਾਈ ਉਸ ਪਰਮਾਤਮਾ ਨੂੰ ਜਿਹੜਾ ਅਗਮ ਹੈ, ਅਗਮ ਅਪਾਰਾ ਹੈ, ਉਸ ਦਾ ਬਖਾਣ ਕਰੋ, ਸਿਫਤ ਸਲਾਹ ਕਰੋ, ਉਸ ਨੂੰ ਹਰ ਵੇਲੇ ਯਾਦ ਕਰੋ। ਤੇ ਅਰਧ ਉਰਧ ਵਿੱਚ ਸਮ ਪਹਿਚਾਣ। ਅਰਧ ਥੱਲੇ, ਉਰਧ ਉੱਪਰ, ਤੇ ਉੱਪਰ ਥੱਲੇ ਦੇ ਵਿਚਕਾਰ ਸਮ ਪਹਿਚਾਣ। ਭਾਵ ਉਸ ਨੂੰ ਹਰ ਜਗ੍ਹਾ ਤੇ ਇੱਕ ਸਮਾਨ ਵਿਆਪਕ ਦੇਖਣਾ ਕਰੋ। ਨੀਚ ਊਚ ਨਹੀਂ ਮਾਨ ਅਮਾਨ। ਨਾ ਫਿਰ ਉਸ ਨੂੰ ਨੀਵਾਂ ਦੱਸਦਾ ਹੈ ਨਾ ਉੱਚਾ। ਭਾਵ ਜਿਹੜਾ ਹਰ ਜਗ੍ਹਾ ਤੇ ਪਰਮਾਤਮਾ ਦੀ ਪਛਾਣ ਕਰ ਲੈਂਦਾ ਹੈ। ਨੀਚ ਊਚ ਨਹੀਂ ਮਾਨ ਅਮਾਨ। ਨਹੀਂ ਦੇਲੀ ਦੀਪਕ ਹੈ, ਨਾ ਉਹਦੇ ਲਈ ਕੋਈ ਨੀਵਾ, ਨਾ ਕੋਈ ਉੱਚਾ, ਨਾ ਕੋਈ ਮਾਨ, ਨਾ ਅਮਾਨ। ਉਹ ਇੱਕ ਬਰਾਬਰ ਹੋ ਜਾਂਦਾ। ਵਿਆਪਕ ਰਾਮ ਸਗਲਤਾ ਮਹਾਨ। ਵਿਆਪਕ ਦਾ ਮਤਲਬ ਹੈ ਵਰਤਿਆ ਹੋਇਆ ਰਾਮ ਸਾਰੀ ਤਾਈਂ ਫਿਰ ਉਸ ਨੂੰ ਸਮਾਨ ਨਜ਼ਰ ਆਉਂਦਾ। ਸੱਚਮੁੱਚ ਜਦੋਂ ਭਗਤ ਕਬੀਰ ਜੀ ਦੀ ਬਾਣੀ ਪੜ੍ਹਦੇ ਆ, ਉਹਨਾਂ ਨੂੰ ਵਿਆਪਕ ਰਾਮ ਨਜ਼ਰ ਆਇਆ ਤੇ ਉਹਨਾਂ ਨੇ ਬੜੇ ਪਿਆਰ ਵਿੱਚ ਆ ਕੇ ਆਖਿਆ, ਅਵਲ ਅੱਲਾ ਨੂਰ ਪਾਇਆ, ਕੁਦਰਤ ਕੇ ਸਭ ਬੰਦੇ। ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਲੋਗਾ ਭਰਮ ਨ ਭੂਲੋ ਪਾਈ, ਖਾਲਕ ਖਲਕ ਖਲਕ ਮੈਂ ਖਾਲਕ। ਪੂਰ ਰਹੋ ਸਭ ਠਾਈ, ਮਾਟੀ ਏਕ ਅਨੇਕ ਭਾਂਤ ਕਰ। ਸਾਜੀ ਤਾਜਨ ਹਾਰੇ, ਨਾ ਕਜ ਪੋਚ ਮਾਟੀ ਕੇ ਭਾਂਡੇ, ਨਾ ਕਜ ਪੋਚ ਕੁम्हारे। ਸਭ ਮੈਂ ਏਕੋ ਸੱਚਾ ਸੋਈ। ਭਾਈ ਉਹ ਪਰਮਾਤਮਾ ਸਾਰਿਆਂ ਵਿੱਚ ਮੌਜੂਦ ਹੈ। ਤਾਂ ਕਿਸ ਤਰ੍ਹਾਂ ਭਗਤ ਜੀ ਪੌੜੀ ਦਰ ਪੌੜੀ ਇੱਕ ਇੱਕ ਥਿੱਤ ਦੇ ਨਾਲ ਸਾਨੂੰ ਉਪਦੇਸ਼ ਕਰਦੇ ਜਾ ਰਹੇ ਨੇ। ਭਾਈ ਤੇਰਸ ਤੇਰਾ ਅਗਮ ਬਖਾਣ। ਅਰਧ ਉਰਧ ਵਿੱਚ ਸਮ ਪਹਿਚਾਣ। ਨੀਚ ਊਚ ਨਹੀਂ ਮਾਨ ਅਮਾਨ।
व्यापक राम सगलता महान। 14 लोक मझार। ਹੁਣ 14 ਤਿਥ ਜਿਹੜੀ ਹੈ ਭਗਤ ਜੀ ਕਹਿੰਦੇ ਨੇ ਇਹਦੇ ਤੋਂ ਸਿੱਖਿਆ ਲਵੋ ਕਿ 14 ਲੋਕ ਮਝਾਰ, 7 ਪਤਾਲ ਤੇ 7 ਆਕਾਸ਼ ਕਹੇ ਜਾਂਦੇ। ਇਹਨਾਂ ਸਾਰਿਆਂ ਦੇ ਵਿੱਚ ਰੋਮ ਰੋਮ ਮੈਂ ਬਸੈ ਮੁਰਾਰ, ਜ਼ਰੇ ਜ਼ਰੇ ਵਿੱਚ ਪਰਮਾਤਮਾ ਵਸ ਰਿਹਾ। ਲੋਕ ਤੇ ਅਗਿਆਨਤਾ ਵਸੀ, ਕਈ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ। ਕਿਸੇ ਵਿਦਵਾਨ ਨੇ ਕਹਿ ਦਿੱਤਾ, ਰੱਬ ਇੱਕ ਗੁੰਝਲਦਾਰ ਬੁਝਾਰਤ, ਰੱਬ ਇੱਕ ਗੋਰਖ ਤੰਦਾ, ਪੇਚ ਇਸ ਦੇ ਖੋਲਣ ਲੱਗਿਆ ਕਾਫਰ ਹੋ ਜਾਏ ਬੰਦਾ। ਕਾਫਰ ਹੋਣੋਂ ਡਰ ਕੇ ਬੀਬਾ, ਖੋਜੋ ਮੂਲ ਨ ਖੁੰਝੀ, ਲਾਈ ਲਗ ਮੋਮਨ ਦੇ ਨਾਲੋਂ ਖੋਜੀ ਕਾਫਰ ਚੰਗਾ। ਪਰ ਉਹ ਜੋ ਭਗਤ ਕਬੀਰ ਜੀ ਵਾਂਗੂ ਪਰਮਾਤਮਾ ਨੂੰ ਜ਼ਰੇ ਜ਼ਰੇ ਵਿੱਚ ਵੇਖਦਾ, ਉਹਨੇ ਆਖਿਆ ਨਾ ਭਾਈ ਇਹ ਗੱਲ ਨਾ ਆਖੋ, ਨਾ ਰੱਬ ਗੁੰਝਲਦਾਰ ਬੁਝਾਰਤ, ਨਾ ਰੱਬ ਗੋਰਖ ਧੰਦਾ। ਜਿੱਥੇ ਕੁਦਰਤ ਉੱਥੇ ਕਾਦਰ, ਕਦਰ ਨ ਜਾਣੇ ਬੰਦਾ। ਪਰਮਾਤਮਾ ਤੇ ਹਰ ਜਗ੍ਹਾ ਤੇ ਮੌਜੂਦ ਹੈ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨ ਜਾਈ ਲਖਿਆ ਰਹਾਓ। ਜਾਤ ਮੈਂ ਜੋਤ, ਜੋਤ ਮੈਂ ਜਾਤਾ, ਅਕਲ ਕਲਾ ਭਰਪੂਰ ਰਿਹਾ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਤੋ ਪਾਰ ਪਿਆ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕੁਛ ਕਰਨਾ ਸੋ ਕਰ ਰਿਹਾ। ਗੱਲ ਕੀ ਭਗਤ ਜੀ ਨੇ ਉਸ ਪਰਮਾਤਮਾ ਦੀ ਸਰਵ ਵਿਆਪਕਤਾ ਨੂੰ ਕਿਵੇਂ ਸਾਡੇ ਸਾਹਮਣੇ ਬੜੇ ਸਰਲ ਅਤੇ ਸੌਖੇ ਸ਼ਬਦਾਂ ਵਿੱਚ ਸਮਝਾਇਆ। ਆਖਿਆ 14 ਲੋਕ ਮਝਾਰ, ਰੋਮ ਰੋਮ ਮੈਂ ਬਸੈ ਮੁਰਾਰ। ਕੋਈ ਐਸੀ ਜਗ੍ਹਾ ਨਹੀਂ ਜਿੱਥੇ ਉਹ ਪਰਮਾਤਮਾ ਮੁਰ ਦੈਂਤ ਨੂੰ ਮਾਰਨ ਵਾਲਾ, ਅਹੰਕਾਰ ਰੂਪੀ ਦੈਂਤ ਨੂੰ ਖਤਮ ਕਰਨ ਵਾਲਾ ਨਾ ਵਸਦਾ ਹੋਵੇ। ਤੁਹਾਨੂੰ ਕੀ ਕਰਨਾ ਪਵੇਗਾ? ਸਤ ਸੰਤੋਖ ਕਾ ਧਰੋ ਧਿਆਨ। ਦੇਖੋ ਧਿਆਨ ਹੈ, ਜਿਨ੍ਹਾਂ ਗੱਲਾਂ ਵੱਲ ਅਸੀਂ ਵਧੇਰੇ ਧਿਆਨ ਦਿੰਦੇ ਹਾਂ ਉਹ ਸਾਨੂੰ ਹਰ ਵੇਲੇ ਚੇਤੇ ਰਹਿੰਦੀਆਂ। ਭਗਤ ਜੀ ਕਹਿੰਦੇ ਨੇ ਜੇ ਤੁਸੀਂ ਉਸ ਪਰਮਾਤਮਾ ਨਾਲ ਜੁੜਨਾ ਚਾਹੁੰਦੇ ਹੋ, ਸਤ ਸੰਤੋਖ ਕਾ ਧਰੋ ਧਿਆਨ। ਇਹ ਦੈਵੀ ਗੁਣ ਹਨ। ਇੱਕ ਤੇ ਸੰਤੋਖੀ ਬਣੋ ਔਰ ਇੱਕ ਸਤਵਾਦੀ ਬਣੋ। ਸੱਚ ਬੋਲਣ ਦੀ ਆਦਤ ਬਣਾਓ। ਜੋ ਕੁਝ ਪਰਮਾਤਮਾ ਨੇ ਦਿੱਤਾ ਹੈ ਉਹਦੇ ਵਿੱਚ ਰਾਜ਼ੀ ਰਹੋ ਔਰ ਉਹਦੇ ਵਿੱਚੋਂ ਵੀ ਲੋੜ ਪੈਣ ਤੇ ਲੋੜਵੰਦਾਂ ਦੀ ਸੇਵਾ ਕਰੋ। ਬਾਣੀ 'ਚ ਲਿਖਿਆ ਹੈ, ਸੇਵ ਕੀਤੀ ਸੰਤੋਖੀ, ਜਿਨੀ ਸੱਚੋ ਸੱਚ ਤੇ ਆਇਆ। ਓਨੀ ਮੰਦੇ ਪੈਰ ਨ ਰੱਖੇ ਹੁਣ, ਕਰ ਸੁਕ੍ਰਿਤ ਧਰਮ ਕਮਾਇਆ। ਓਨੀ ਦੁਨੀਆ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ। ਤੂੰ ਬਖਸ਼ੀਸ਼ੀ ਅਗਲਾ, ਨਿਤ ਦੇਵੇਂ ਚੜ੍ਹੇ ਚੁਆਇਆ। ਵਡਿਆਈ ਵੱਡਾ ਪਾਇਆ। ਭਾਈ 14 ਲੋਕ ਮਝਾਰ, ਰੋਮ ਰੋਮ ਮੈਂ ਬਸੈ ਮੁਰਾਰ। ਸਤ ਸੰਤੋਖ ਕਾ ਧਰੋ ਧਿਆਨ, ਕਥਨੀ ਕਥੀਐ ਬ੍ਰਹਮ ਗਿਆਨ। ਕਥਨੀ ਕਥਨ ਕਰੋ, ਗੱਲਾਂ ਕਰੀਏ ਉਸ ਪਰਮਾਤਮਾ ਦੀ, ਉਸ ਬ੍ਰਹਮ ਦੀਆਂ ਗੱਲਾਂ ਕਰੀਏ। ਗੁਰੂ ਮਹਾਰਾਜ ਤੇ ਫਰਮਾਉਂਦੇ ਨੇ, ਬੰਦਨਾ ਹਰ ਬੰਦਨਾ, ਗੁਣ ਗਾਵੋ ਗੋਪਾਲ ਰਾਏ। ਰਹਾਓ ਵਡੈ ਭਾਗ ਭੇਟੇ ਗੁਰਦੇਵਾ, ਕੋਟ ਪਰਾਧ ਮਿਟੇ ਹਰ ਸੇਵਾ। ਚਰਨ ਕਮਲ ਜਾ ਕਾ ਮਨ ਰਾਪੈ, ਸੋਗ ਅਗਨ ਤਿਸ ਜਨ ਨਾ